Hello everyone, welcome to Victor's Knowledge. This is Chinu Sharma and today we are going to take up a very important topic from the subject of Indian economy. So अपना आज का topic है unemployment, बेरोजगारी. Also, if you're visiting my channel for the first time, please do subscribe to it. So what is unemployment? पहला ਇਹਦਾ basic ਜਾਂ ਮਤਲਬ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ. ਸੋ ਅਨਇੰਪਲੋਇਮੈਂਟ ਉਦੋਂ ਹੁੰਦੀ ਹੈ ਬੇਰੁਜ਼ਗਾਰੀ ਜਦੋਂ ਕੋਈ ਇਨਸਾਨ ਐਕਟਿਵਲੀ ਕਿਸੇ ਜੌਬ ਦੀ ਭਾਲ ਦੇ ਵਿੱਚ ਹੋਵੇ ਪਰ ਉਹਨੂੰ ਕੰਮ ਮਿਲ ਨਾ ਰਿਹਾ ਹੋਵੇ ਸੋ ਇਸ ਸਿਚੁਏਸ਼ਨ ਨੂੰ ਆਪਾਂ ਅਨਇੰਪਲੋਇਮੈਂਟ ਕਹਿੰਦੇ ਆ ਸਿੰਪਲੀ ਸੋ ਅਨਇੰਪਲੋਇਮੈਂਟ ਅਕਰ ਵੈਨ ਅ ਪਰਸਨ ਇਜ਼ ਐਕਟਿਵਲੀ ਸਰਚਿੰਗ ਫॉर ਇੰਪਲੋਇਮੈਂਟ ਉਹ ਜੌਬ ਦੇ ਰੋਜ਼ਗਾਰ ਦੀ ਭਾਲ ਵਿੱਚ ਹੈ ਐਂਡ ਹੀ ਇਜ਼ ਅਨਏਬਲ ਟੂ ਫਾਈਂਡ ਵਰਕ ਉਹਨੂੰ ਕੰਮ ਮਿਲ ਨਹੀਂ ਪਾ ਰਿਹਾ मतलब ਜਦੋਂ ਕੋਈ ਇਨਸਾਨ ਕੰਮ ਕਰਨ ਦਾ ਚਾਹਵਾਨ ਹੋਵੇ ਉੱਥੇ ਆਪਾਂ ਉਸ ਸਿਚੁਏਸ਼ਨ ਨੂੰ ਅਨਇੰਪਲੋਇਮੈਂਟ ਦੇ ਅੰਦਰ ਲੈ ਕੇ ਆਉਂਦੇ ਹਾਂ ਸੋ ਅਨਇੰਪਲੋਇਮੈਂਟ ਇਜ਼ ਆਫਨ ਯੂਜ਼ਡ ਐਜ਼ ਅ ਮੈਜ਼ਰ ਆਫ ਦ ਹੈਲਥ ਆਫ ਦ ਇਕਨੋਮੀ ਇੱਕ ਦੇਸ਼ ਦੀ ਇੱਕ ਕਿਸੇ ਰਾਜ ਦੀ ਸਟੇਟ ਦੀ ਆਰਥਿਕ ਹਾਲਤ ਕਿਵੇਂ ਹੈ ਉਸ ਚੀਜ਼ ਨੂੰ ਜੇ ਆਪਾਂ ਨੇ ਮੈਜ਼ਰ ਕਰਨਾ ਹੈ ਤਾਂ ਉੱਥੋਂ ਦੀ ਬੇਰੁਜ਼ਗਾਰੀ ਦਾ ਲੈਵਲ ਕਿੰਨਾ ਹੈ ਅਨਇੰਪਲੋਇਮੈਂਟ ਰੇਟ ਕਿੰਨਾ ਹੈ ਉਹ ਚੀਜ਼ ਆਪਾਂ ਦੇਖਦੇ ਹਾਂ So most frequent measure of unemployment is unemployment rate. So ਜੇ ਆਪਾਂ ਨੇ ਬੇਰੁਜ਼ਗਾਰੀ ਦਾ ਦਰ ਹੈ ਜਿਹੜਾ ਉਹਨੂੰ ਮਾਪਣਾ ਹੈ ਮੈਜ਼ਰ ਕਰਨਾ ਹੈ ਤਾਂ ਉਹਦੇ ਲਈ ਆਪਾਂ ਬੇਰੁਜ਼ਗਾਰੀ ਦਾ ਜਿਹੜਾ ਰੇਟ ਹੈ unemployment rate ਉਹਨੂੰ ਫਾਈਂਡ ਆਊਟ ਕਰਦੇ ਹਾਂ ਸੋ unemployment rate ਦਾ ਜਿਹੜਾ ਫਾਰਮੂਲਾ ਹੈ ਉਹ ਹੈ ਜਿੰਨੇ ਵੀ ਕੁੱਲ ਲੋਕ ਅਨਇੰਪਲੋਇਡ ਨੇ ਬੇਰੁਜ਼ਗਾਰ ਨੇ ਡਿਵਾਈਡਡ ਬਾय ਨੰਬਰ ਆਫ ਪੀਪਲ ਇਨ ਲੇਬਰ ਫੋਰਸ मतलब ਕੰਮ ਕਰਨ ਦੇ ਲਈ ਲੇਬਰ ਦੇ ਲਈ ਜਿੰਨੇ ਟੋਟਲ ਲੋਕ ਤਿਆਰ ਨੇ ਜਿੰਨੀ ਟੋਟਲ ਲੇਬਰ ਫੋਰਸ ਹੈ ਉਹਦੇ ਨਾਲ ਆਪਾਂ ਨੇ ਡਿਵਾਈਡ ਕਰਨਾ ਹੈ ਸੋ ਇਹ ਬਾਕਸ ਦੇ ਵਿੱਚ ਫਾਰਮੂਲਾ ਦਿੱਤਾ ਹੋਇਆ ਅਨਇੰਪਲੋਇਮੈਂਟ ਰੇਟ ਦਾ ਅਨਇੰਪਲੋਇਡ ਵਰਕਰ ਡਿਵਾਈਡ ਬਾਈ ਟੋਟਲ ਲੇਬਰ ਫੋਰਸ ਮਲਟੀਪਲਾਈ ਬਾਈ 100 ਆਪਣੇ ਕੋਲ ਅਨਇੰਪਲੋਇਮੈਂਟ ਦਾ ਰੇਟ ਆ ਜੂ ਤੇ ਜਿਹੜਾ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਹੈ NSSO ਉਹਨੇ ਇੱਕ ਇੰਪੋਰਟੈਂਟ ਡੈਫੀਨੇਸ਼ਨ ਦਿੱਤੀ ਹੈ ਇੰਪਲੋਇਮੈਂਟ ਤੇ ਅਨਇੰਪਲੋਇਮੈਂਟ ਦੀ ਸੋ ਇੰਪਲੋਇਡ ਕਿਹਾ ਗਿਆ ਹੈ ਵਰਕਿੰਗ ਐਂਗੇਜਡ ਇਨ ਐਨ ਇਕਨੋਮਿਕ ਐਕਟੀਵਿਟੀ ਜੋ ਵੀ ਇਨਸਾਨ ਕਿਸੇ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਕੰਮ ਕਰ ਰਿਹਾ ਇਕਨੋਮਿਕ ਐਕਟੀਵਿਟੀ ਦਾ ਮਤਲਬ ਹੈ ਸਪੈਸ਼ਲੀ ਵੀ ਜਿਹੜੀ ਉਹ ਆਰਗੇਨਾਈਜੇਸ਼ਨ 'ਚ ਕੰਮ ਕਰ ਰਿਹਾ ਉੱਥੇ ਉਹਨੂੰ ਕੋਈ ਪੈਸਾ ਮਿਲ ਰਿਹਾ ਸੋ ਇੰਪਲੋਇਡ ਸੀਕਿੰਗ ਔਰ ਅਵੇਲੇਬਲ ਫॉर ਵਰਕ मतलब ਕੰਮ ਕਰਨ ਲਈ ਉਹ ਤਿਆਰ ਹੈ ਜਾਂ ਕੰਮ ਲੱਭ ਰਿਹਾ ਹੈ ਉਸ ਇਨਸਾਨ ਨੂੰ ਆਪਾਂ ਅਨਇੰਪਲੋਇਡ ਕਵਾਂਗੇ ਤੇ ਜਿਹੜਾ ਇਨਸਾਨ ਨੀਦਰ ਸੀਕਿੰਗ ਨੋਰ ਅਵੇਲੇਬਲ ਫॉर ਵਰਕ ਸੋ ਉਹ ਵੀ ਇੱਕ ਅਨਇੰਪਲੋਇਡ ਹੈ ਨੈਕਸਟ ਇਜ਼ first to constitute labor force and unemployment rate is the percent of labor force that is without work ਸੋ ਉਰੇ ਆਪਾਂ ਜੇ ਹੁਣ ਲੇਬਰ ਫੋਰਸ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਇਹ ਦੋ ਲੋਕ ਆਉਂਦੇ ਨੇ ਜਿਹੜੇ ਏਵਲੀ ਕੈਟਾਗਰੀ ਦੇ ਅਨਇੰਪਲੋਇਮੈਂਟ ਨੇ ਮਤਲਬ ਨਾ ਤਾਂ ਉਹ ਲੋਕ ਕੰਮ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਕੰਮ ਕਰਨ ਲਈ ਤਿਆਰ ਨੇ ਉਹਨਾਂ ਨੂੰ ਆਪਾਂ ਜੇ ਇਕਨੋਮਿਕ ਭਾਸ਼ਾ ਦੇ ਵਿੱਚ ਦੇਖੀਏ ਤਾਂ ਆਪਾਂ ਕਦੇ ਵੀ ਅਨਇੰਪਲੋਇਡ ਦੀ ਕੈਟਾਗਰੀ ਦੇ ਵਿੱਚ ਨਹੀਂ ਲੈ ਕੇ ਆਉਂਦੇ ਸੋ ਅਨਇੰਪਲੋਇਡ ਸਿਰਫ ਉਹ ਲੋਕ ਨੇ ਜਿਹੜੇ ਐਕਟਿਵਲੀ ਕੰਮ ਦੀ ਭਾਲ ਕਰ ਰਹੇ ਨੇ ਤੇ ਕੰਮ ਕਰਨ ਦੇ ਲਈ ਤਿਆਰ ਨੇ ਸੋ ਇਹ ਦੋ ਇੰਪੋਰਟੈਂਟ ਪੁਆਇੰਟ ਤੁਸੀਂ ਅਨਇੰਪਲੋਇਮੈਂਟ ਟੌਪਿਕ ਤੋਂ ਪਹਿਲਾਂ ਆਪਣੇ ਦਿਮਾਗ 'ਚ ਰੱਖਣੇ ਆ ਸੋ ਹੁਣ ਆਪਾਂ ਦੇਖਾਂਗੇ ਇੰਡੀਆ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਹੈ ਬੇਰੁਜ਼ਗਾਰੀ ਹੈ ਉਹਦੀਆਂ ਕਿਹੜੀਆਂ ਕਿਸਮਾਂ ਨੇ ਟਾਈਪਸ ਆਫ ਅਨਇੰਪਲੋਇਮੈਂਟ ਇਨ ਇੰਡੀਆ ਪਹਿਲੀ ਹੈ ਡਿਸਗਾਈਜ਼ਡ ਡਿਸਗਾਈਜ਼ ਦਾ ਮਤਲਬ ਹੈ ਜਿੱਥੇ ਜ਼ਰੂਰਤ ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹੋਣ ਕਿਤੇ 5 ਬੰਦਿਆਂ ਦੇ ਨਾਲ ਕੰਮ ਹੋ ਸਕਦਾ ਹੈ ਉੱਥੇ 10 ਬੰਦੇ ਕੰਮ ਕਰ ਰਹੇ ਨੇ ਸੋ ਜਿਹੜੇ ਉਹ 5 ਉੱਥੇ ਐਕਸਟਰਾ ਨੇ ਉਹ ਡਿਸਗਾਈਜ਼ਡ ਅਨਇੰਪਲੋਇਡ ਦੇ ਨੇ ਕੰਮ ਓਨਾ ਹੀ ਹੋ ਰਿਹਾ 5 ਨਾਲ ਵੀ ਓਨਾ ਹੀ ਹੋਣਾ 10 ਨਾਲ ਵੀ ਜਿਹੜੇ ਉੱਥੇ ਐਕਸਟਰਾ 5 ਨੇ ਜਿਨ੍ਹਾਂ ਦੀ ਕੋਈ ਪ੍ਰੋਡਕਟਿਵਿਟੀ ਨਹੀਂ ਆ ਰਹੀ ਜ਼ੀਰੋ ਪ੍ਰੋਡਕਟਿਵਿਟੀ ਹੈ ਉਹ ਲੋਕ ਹੁੰਦੇ ਨੇ disguised unemployed so it is a phenomenon wherein more people are employed than needed mostly ਇਹ ਇੰਡੀਆ ਦੇ ਵਿੱਚ ਦੇਖਿਆ ਜਾਂਦਾ ਹੈ ਐਗਰੀਕਲਚਰ ਤੇ ਅਨਆਰਗੇਨਾਈਜ਼ਡ ਸੈਕਟਰ ਵਿੱਚ ਤੇ ਇਹ ਐਗਜ਼ਾਮ ਦੇ ਵਿੱਚ ਕਾਫੀ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਨੈਕਸਟ ਇਜ਼ ਸੀਜ਼ਨਲ ਦੁਬਾਰਾ ਤੋਂ ਬਹੁਤ ਕਾਮਨ ਹੈ ਐਗਰੀਕਲਚਰ ਸੈਕਟਰ ਦੇ ਵਿੱਚ ਸੋ ਆਪਾਂ ਨੂੰ ਪਤਾ ਹੈ ਕਿ ਜਿਹੜੀ ਐਗਰੀਕਲਚਰ ਹੈ ਉਹ ਸੀਜ਼ਨਲ ਇੰਪਲੋਇਮੈਂਟ ਹੈ ਸੋ ਜਦੋਂ ਵੀ ਜੀਰੀ ਦਾ ਕਿਸੇ ਵੀ ਚੀਜ਼ ਦਾ ਸੀਜ਼ਨ ਆਉਂਦਾ ਉਦੋਂ ਹੀ ਲੇਬਰ ਫੋਰਸ ਲੱਗਦੀ ਹੈ ਬਾਕੀ ਟਾਈਮ ਉਹ ਅਨਇੰਪਲੋਇਡ ਰਹਿੰਦੇ ਨੇ ਸੋ ਜਿਸ ਸਮੇਂ ਜੌਬ ਨਹੀਂ ਮਿਲ ਰਹੀ ਜਿਹੜੇ ਸੀਜ਼ਨ ਦੇ ਵਿੱਚ ਐਗਰੀਕਲਚਰ 'ਚ ਕੰਮ ਨਹੀਂ ਹੈਗਾ ਉਹ ਟਾਈਮ
seasonal unemployed ਹੁੰਦਾ ਹੈ ਉਹ laborer. So it is an unemployed that occur during certain seasons of the year. Agricultural laborers in India rarely have work throughout the year. Next is structural unemployment. So ਇਹ ਉਹ ਕੈਟੇਗਰੀ ਹੈ ਜਦੋਂ ਕਿਸੇ ਜੌਬ ਦੇ ਵਿੱਚ ਮਾਰਕੀਟ ਦੇ ਵਿੱਚ ਜੌਬ ਤਾਂ ਹੈਗੀ ਪਰ ਜਿਹੜਾ ਇਨਸਾਨ ਜੌਬ ਕਰਨੀ ਚਾਹ ਰਿਹਾ ਉਹਦੇ ਕੋਲ ਉਹ ਸਕਿੱਲ ਨਹੀਂ ਹੈ। ਸੋ ਜਦੋਂ ਜੌਬ ਅਵੇਲੇਬਿਲਿਟੀ ਤੇ ਸਕਿੱਲ ਆਫ ਅਵੇਲੇਬਲ ਵਰਕਰ ਦੇ ਵਿੱਚ ਆਪਸ ਦੇ ਵਿੱਚ ਮਿਸਮੈਚ ਹੋਵੇ ਉੱਥੇ ਆਪਾਂ ਕਹਿੰਦੇ ਆ ਵੀ ਸਟਰਕਚਰਲ ਅਨਐਮਪਲੋਇਮੈਂਟ ਹੈ। So many people in India do not get job due to lack of requisite skill. Due to poor education level, it become difficult to train them. So ਕਹਿੰਦੇ ਇੰਡੀਆ ਦੇ ਵਿੱਚ ਇਹ ਚੀਜ਼ ਬਹੁਤ ਕਾਮਨ ਹੈ ਕਿਉਂਕਿ ਆਪਣੀ ਜਿਹੜੀ ਪੜ੍ਹਾਈ ਹੈ ਉਹਦੇ ਵਿੱਚ ਕੋਈ ਪ੍ਰੈਕਟੀਕਲ ਨੌਲੇਜ ਨਹੀਂ ਹੈ, ਸਿਰਫ ਕਿਤਾਬੀ ਕੀੜਾ ਐਗਜ਼ਾਮ ਦੇ ਵਿੱਚ ਰੱਟ ਕੇ ਤੁਹਾਨੂੰ ਮਾਰਕਸ ਮਿਲਦੇ ਨੇ। ਸੋ ਜੌਬ ਲੈਣ ਦੇ ਲਈ ਜਿਹੜੇ ਸਕਿੱਲ ਦੀ ਜ਼ਰੂਰਤ ਹੈ, ਇੱਕ ਪ੍ਰੋਪਰ ਤੁਹਾਡੇ ਅੰਦਰ ਹੱਥ 'ਚ ਕਲਾ ਹੋਣੀ ਚਾਹੀਦੀ ਹੈ, ਤੁਹਾਨੂੰ ਕਿਸੇ ਪਾਰਟਿਕੂਲਰ ਏਰੀਆ ਦੀ ਨੌਲੇਜ ਹੋਣੀ ਚਾਹੀਦੀ ਹੈ। ਉਹ ਚੀਜ਼ ਦੀ ਕਮੀ ਕਰਕੇ ਜਦੋਂ ਅਨਐਮਪਲੋਇਮੈਂਟ ਆਉਂਦੀ ਹੈ ਕਿਸੇ ਵੀ ਇਕਨੋਮੀ ਦੇ ਵਿੱਚ ਉੱਥੇ ਆਪਾਂ ਕਹਿੰਦੇ ਆ ਸਟਰਕਚਰਲ ਅਨਐਮਪਲੋਇਮੈਂਟ ਹੈ। ਨੈਕਸਟ ਇਜ਼ ਸਾਈਕਲਿਕਲ। ਸਾਈਕਲਿਕਲ ਜਦੋਂ ਬਿਜ਼ਨਸ ਦੇ ਸਾਈਕਲ ਚੇਂਜ ਹੁੰਦੇ ਨੇ, ਕਦੇ ਬਿਜ਼ਨਸ ਦੇ ਵਿੱਚ ਬੂਮ ਆ ਗਿਆ, ਕਦੇ ਰਿਸੈਸ਼ਨ ਆ ਗਿਆ, ਡਿਪਰੈਸ਼ਨ ਆ ਗਿਆ। ਸੋ ਜਦੋਂ ਬਿਜ਼ਨਸ ਘਟਦਾ ਵੱਧਦਾ, ਜਿਹੜੀ ਆਪਣੀ ਇਕਨੋਮੀ ਹੈ, ਇਕਨੋਮਿਕ ਗਰੋਥ ਹੈ, ਪੂਰੇ ਦੇਸ਼ ਦੀ ਆਰਥਿਕ ਹਾਲਤ ਹੈ, ਜਿਹੜੇ ਬਿਜ਼ਨਸਮੈਨ ਨੇ ਉਹ ਘਾਟੇ 'ਚ ਜਾ ਰਹੇ ਨੇ ਤਾਂ ਓਬਵੀਅਸ ਹੈ ਉਸ ਸਮੇਂ ਉਹ ਲੋਕਾਂ ਨੂੰ ਕੱਢ ਦੇਣਗੇ ਕੰਮ ਤੋਂ। ਸੋ ਜਿਹੜੀ ਘਾਟੇ ਦੇ ਕਰਕੇ ਬਿਜ਼ਨਸ ਦੇ ਵਿੱਚ ਇੱਕ ਬਿਜ਼ਨਸ ਸਾਈਕਲ ਡਿਪਰੈਸ਼ਨ ਵਗੈਰਾ ਦੇ ਕਰਕੇ ਕਮੀ ਆਉਂਦੀ ਹੈ ਜੌਬਸ ਦੇ ਵਿੱਚ, ਉੱਥੇ ਆਪਾਂ ਕਹਿੰਦੇ ਆ ਕਿ ਸਾਈਕਲਿਕਲ ਅਨਐਮਪਲੋਇਮੈਂਟ ਹੈ। ਨੈਕਸਟ ਇਜ਼ ਟੈਕਨੋਲੋਜੀਕਲ ਅਨਐਮਪਲੋਇਮੈਂਟ। ਜਦੋਂ ਟੈਕਨੋਲੋਜੀ ਦੇ ਬਦਲਣ ਕਰਕੇ, ਚੇਂਜ ਆਉਣ ਕਰਕੇ, ਅਪਗ੍ਰੇਡੇਸ਼ਨ ਹੋਣ ਕਰਕੇ ਲੋਕਾਂ ਨੂੰ ਜੌਬ ਨਹੀਂ ਮਿਲਦੀ ਤਾਂ ਉੱਥੇ ਆਪਾਂ ਕਹਿੰਦੇ ਆ ਟੈਕਨੋਲੋਜੀਕਲ ਅਨਐਮਪਲੋਇਮੈਂਟ ਦੀ ਸਿਚੁਏਸ਼ਨ ਹੈ। ਨੈਕਸਟ ਇਜ਼ ਫ੍ਰਿਕਸ਼ਨਲ ਅਨਐਮਪਲੋਇਮੈਂਟ। ਫ੍ਰਿਕਸ਼ਨਲ ਨੂੰ ਆਪਾਂ ਸਰਚ ਅਨਐਮਪਲੋਇਮੈਂਟ ਵੀ ਕਹਿੰਦੇ ਆ। ਸੋ ਇਹ ਤੁਸੀਂ ਇਹਦਾ ਸੈਕਿੰਡ ਨਾਮ ਵੀ ਯਾਦ ਰੱਖਣਾ। ਜਦੋਂ ਕੋਈ ਇਨਸਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਵੀਂ ਜੌਬ ਦੀ ਭਾਲ ਵਿੱਚ ਜਾ ਰਿਹਾ, ਪਹਿਲਾਂ ਉਹ ਇਨਸਾਨ ਚਾਹੇ ਇੰਪਲੋਇਡ ਸੀ, ਉਹ ਬੇਰੁਜ਼ਗਾਰ ਨਹੀਂ ਸੀ, ਪਰ ਜਿਹੜੇ ਥੋੜੇ ਸਮੇਂ ਦੇ ਲਈ ਉਹਨੂੰ ਜੌਬ ਬਦਲਣ ਦੇ ਸਮੇਂ ਦੇ ਲਈ ਅਨਇੰਪਲੋਇਡ ਰਹਿਣਾ ਪੈਂਦਾ ਹੈ, ਬੇਰੁਜ਼ਗਾਰ ਰਹਿਣਾ ਪੈਂਦਾ ਹੈ, ਜਿਸ ਸਮੇਂ ਉਹ ਨਵੀਂ ਜੌਬ ਦੀ ਸਰਚ ਕਰ ਰਿਹਾ ਜਾਂ ਕਿਤੇ ਮਾਈਗ੍ਰੇਟ ਕਰ ਰਿਹਾ ਹੈ। ਸੋ ਜਿਹੜਾ ਸੈਟਲਮੈਂਟ ਦਾ ਪੀਰੀਅਡ ਹੈ ਉਸ ਸਮੇਂ ਨੂੰ ਆਪਾਂ ਕਹਿੰਦੇ ਆ ਫ੍ਰਿਕਸ਼ਨਲ ਅਨਇੰਪਲੋਇਮੈਂਟ। So frictional unemployment, also called search unemployment, refers to time lag between jobs when an individual is searching for a new job or is switching between the job. So last ਵਿੱਚ ਇੱਕ ਹੋਰ ਆਉਂਦੀ ਹੈ vulnerable employment. Vulnerable ਦਾ ਮਤਲਬ ਹੈ ਜਦੋਂ ਲੋਕ ਕਿਸੇ ਜਗ੍ਹਾ ਤੇ ਇਨਫਾਰਮਲੀ ਕੰਮ ਕਰ ਰਹੇ ਨੇ। ਇਨਫਾਰਮਲੀ ਦਾ ਮਤਲਬ ਹੈ ਕਿ ਕੋਈ ਤੁਹਾਡੇ ਜੌਬ ਦਾ ਪ੍ਰੋਪਰ ਕੰਟਰੈਕਟ ਨਹੀਂ ਹੈ, ਕੋਈ ਲੀਗਲ ਪ੍ਰੋਟੈਕਸ਼ਨ ਨਹੀਂ ਹੈ, ਤੁਸੀਂ ਜਿਹੜੇ ਇਨਸਾਨ ਦੇ ਕੋਲ ਕੰਮ ਕਰ ਰਹੇ ਹੋ ਉਹ ਤੁਹਾਨੂੰ ਕੋਈ ਸ਼ੋਰਿਟੀ ਨਹੀਂ ਦੇ ਰਿਹਾ, ਜੌਬ ਦੀ ਕੋਈ ਸਿਕਿਉਰਿਟੀ ਨਹੀਂ ਹੈ। ਸੋ ਜਿਹੜੀ ਇਹ ਟਾਈਪ ਦੀ ਇੰਪਲੋਇਮੈਂਟ ਹੈ ਇਹ ਕਾਫੀ ਜ਼ਿਆਦਾ ਕਾਮਨ ਹੈ ਇੰਡੀਆ ਦੇ ਵਿੱਚ। ਤੇ ਕਿਉਂਕਿ ਇੰਡੀਆ ਦੇ ਵਿੱਚ ਕੀ ਹੈ, ਜ਼ਿਆਦਾ ਲੋਕ ਲੇਬਰ ਕਲਾਸ ਦੇ ਕੰਮ ਕਰਦੇ ਨੇ, ਸੋ ਉਹ ਕੀ ਕਰਦੇ ਨੇ, ਬਿਨਾਂ ਪ੍ਰੋਪਰ ਅਵੇਅਰਨੈਸ ਤੋਂ ਜੌਬ ਕੰਟਰੈਕਟਸ ਤੋਂ ਕੰਮ ਕਰਦੇ ਨੇ ਤੇ ਕਾਫੀ ਲੋਕ ਇਸ ਚੀਜ਼ ਦਾ ਫਾਇਦਾ ਚੱਕਦੇ ਨੇ। ਸੋ ਵਲਨਰੇਬਲ ਦਾ ਮਤਲਬ ਹੈ ਤੁਹਾਡੀ ਜਦੋਂ ਜੌਬ ਰਿਸਕ ਤੇ ਹੋਵੇ, ਤੁਹਾਨੂੰ ਕਦੇ ਵੀ ਤੁਹਾਡਾ ਇੰਪਲੋਇਰ ਕੱਢ ਸਕਦਾ ਜੌਬ ਤੋਂ। ਨੈਕਸਟ ਇੱਕ ਬਹੁਤ ਇੰਟਰਸਟਿੰਗ ਜੀ ਟਰਮ ਆਉਂਦੀ ਹੈ ਬੇਰੁਜ਼ਗਾਰੀ ਨੂੰ ਲੈ ਕੇ, ਅਨਇੰਪਲੋਇਮੈਂਟ ਟ੍ਰੈਪ। ਸੋ ਇਹ ਉਹ ਸਿਚੁਏਸ਼ਨ ਹੈ ਜਦੋਂ ਕੋਈ ਇਨਸਾਨ ਬੇਰੁਜ਼ਗਾਰ ਹੋਣ ਨੂੰ ਇੰਜੋਏ ਕਰਨ ਲੱਗ ਜਾਂਦਾ ਹੈ। ਕਿਸੇ ਨੂੰ ਵਿਹਲੇ ਰਹਿਣ ਦੀ ਜਦੋਂ ਆਦਤ ਪੈ ਜਾਵੇ ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਅਨਇੰਪਲੋਇਮੈਂਟ ਟ੍ਰੈਪ। ਮਤਲਬ ਉਹ ਬੇਰੁਜ਼ਗਾਰੀ ਦਾ ਜਿਹੜਾ ਸ਼ਿਕੰਜਾ ਹੈ ਉਹਦੇ ਵਿੱਚ ਫਸਿਆ ਪਿਆ। ਜਦੋਂ ਕਿਸੇ ਨੂੰ ਵਿਹਲੇ ਰਹਿਣ ਦੇ ਜਿਹੜੇ ਬੈਨੀਫਿਟਸ ਨੇ ਉਹ ਜ਼ਿਆਦਾ ਦਿਖਣ ਲੱਗ ਜਾਣ, ਕੰਮ ਕਰਨ ਦੇ ਜਿਹੜੇ ਬੈਨੀਫਿਟਸ ਨੇ ਉਹ ਘੱਟ ਦਿਖਣ ਲੱਗ ਜਾਣ, ਉਸ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਆ ਅਨਇੰਪਲੋਇਮੈਂਟ ਟ੍ਰੈਪ। ਸੋ ਇਹ ਉਹ ਸਿਚੁਏਸ਼ਨ ਹੈ ਜਦੋਂ ਅਨਇੰਪਲੋਇਮੈਂਟ ਬੈਨੀਫਿਟ ਕਿਸੇ ਇਨਸਾਨ ਨੂੰ ਡਿਸਕਰੇਜ ਕਰਦੇ ਨੇ ਕੰਮ ਕਰਨ ਦੇ ਲਈ। People find opportunity cost of going to work too high when one can simply enjoy the benefits by doing nothing. So ਜਦੋਂ ਕਹਿੰਦੇ ਕਿਸੇ ਦਾ ਵਿਹਲੇ ਰਹਿ ਕੇ ਉਹਨੂੰ 3 ਟਾਈਮ ਦੀ ਰੋਟੀ ਘਰ ਦੇ ਰਹੇ ਨੇ, ਕੰਮ ਸਰ ਰਿਹਾ, ਸੋ ਉਸ ਸਮੇਂ ਜਿਹੜਾ ਉਹ ਇਨਸਾਨ ਹੈ ਜਦੋਂ ਉਹਨੂੰ ਇਹ ਲੱਗੇ ਕਿ ਜਦ ਮੇਰਾ ਵਿਹਲੇ ਰਹਿ ਕੇ ਕੰਮ ਚੱਲ ਰਿਹਾ, ਜ਼ਿੰਦਗੀ ਨਿਕਲ ਰਹੀ ਹੈ, ਮੈਨੂੰ ਕੰਮ ਕਰਨ ਦੀ ਕੀ ਲੋੜ ਹੈ, ਉਹਨੂੰ ਕੰਮ ਤੇ ਜਾਣ ਦੀ ਕਾਸਟ ਜ਼ਿਆਦਾ ਲੱਗੀ।
ਸੋ ਉਸ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਆ ਅਨਇੰਪਲੋਇਮੈਂਟ ਟ੍ਰੈਪ। ਨੈਕਸਟ ਇਜ਼ ਮੈਜ਼ਰਮੈਂਟ ਆਫ ਅਨਇੰਪਲੋਇਮੈਂਟ ਇਨ ਇੰਡੀਆ। ਹੁਣ ਇੰਡੀਆ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਹੈ ਉਹਨੂੰ ਆਪਾਂ ਨੇ ਕਿਵੇਂ ਮੈਜ਼ਰ ਕਰਨਾ ਹੈ? ਆਪਾਂ ਨੇ ਫਾਰਮੂਲਾ ਦੇਖਿਆ ਸੀ, ਪਰ ਹੁਣ ਆਪਾਂ ਦੇਖਾਂਗੇ ਪ੍ਰੋਪਰ ਜੇ ਆਪਾਂ ਨੇ ਵੀਕਲੀ, ਡੇਲੀ ਇਸ ਟਾਈਪ ਦੇ ਨਾਲ ਅਨਇੰਪਲੋਇਮੈਂਟ ਨੂੰ ਕੈਟੇਗਰਾਈਜ਼ ਕਰਨਾ ਹੈ ਤਾਂ ਉੱਥੇ ਆਪਾਂ ਕਿਵੇਂ ਕੈਲਕੂਲੇਸ਼ਨਾਂ ਕਰਦੇ ਹਾਂ। ਸੋ ਜਿਹੜਾ ਨੈਸ਼ਨਲ ਸੈਂਪਲ ਸਰਵੇ ਆਫਿਸ ਹੈ, ਇੱਕ ਆਰਗੇਨਾਈਜੇਸ਼ਨ ਹੈ ਅੰਡਰ ਮਿਨਿਸਟਰੀ ਆਫ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ। ਸੋ ਇਹ ਜਿਹੜਾ ਆਫਿਸ ਹੈ ਇਹ ਬੇਰੁਜ਼ਗਾਰੀ ਨੂੰ ਇੰਡੀਆ ਦੇ ਵਿੱਚ ਮੈਜ਼ਰ ਕਰਦਾ ਹੈ 3 ਤਰੀਕੇ ਦੇ ਨਾਲ। ਸੋ ਪਹਿਲੀ ਅਪਰੋਚ ਆ ਯੂਜੂਅਲ ਸਟੇਟਸ ਅਪਰੋਚ। ਸੋ ਇਹਦੇ ਵਿੱਚ ਇਹ ਦੇਖਿਆ ਜਾਂਦਾ ਵੀ ਪਿਛਲੇ 1 ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ ਜਦੋਂ ਕਿਸੇ ਇਨਸਾਨ ਨੂੰ ਕੰਮ ਨਹੀਂ ਮਿਲਿਆ, ਨੋ ਗੇਨਫੁਲ ਵਰਕ, ਸੋ ਜਿੰਨੇ ਦਿਨਾਂ ਦੇ ਲਈ ਕੋਈ ਇਨਸਾਨ ਪਿਛਲੇ ਪੂਰੇ 1 ਸਾਲ ਦੇ ਵਿੱਚ, ਜਾਂ ਆਪਾਂ ਕਹਿ ਦਈਏ ਜਦੋਂ ਕੋਈ ਇਨਸਾਨ ਮੈਜੋਰਿਟੀ ਟਾਈਮ ਮਤਲਬ ਜ਼ਿਆਦਾਤਰ 365 ਚੋਂ ਜ਼ਿਆਦਾ ਦਿਨ ਉਹ ਬੰਦਾ ਅਨਇੰਪਲੋਇਡ ਬੇਰੁਜ਼ਗਾਰ ਰਿਹਾ ਹੈ, ਤਾਂ ਉੱਥੇ ਆਪਾਂ ਉਹਨੂੰ ਅਨਇੰਪਲੋਇਡ ਦੀ ਕੈਟੇਗਰੀ 'ਚ ਪਾ ਕੇ ਇਸ ਅਪਰੋਚ ਦੇ ਨਾਲ ਅਨਇੰਪਲੋਇਮੈਂਟ ਨੂੰ ਮੈਜ਼ਰ ਕਰਦੇ ਹਾਂ। ਨੈਕਸਟ ਹੈ ਵੀਕਲੀ ਸਟੇਟਸ। ਸੋ ਇਹਦੇ ਵਿੱਚ ਦੇਖਿਆ ਜਾਂਦਾ ਜਦੋਂ ਕੋਈ 1 ਹਫ਼ਤੇ ਦੇ ਵਿੱਚ ਜਿਹੜਾ ਲੰਘ ਚੁੱਕਿਆ 1 ਹਫ਼ਤਾ, ਜਦੋਂ ਵੀ ਇਹ ਕੈਲਕੂਲੇਸ਼ਨ ਹੁੰਦੀ ਹੈ ਉਸ ਤੋਂ ਪਹਿਲਾਂ ਵਾਲੀ 1 ਹਫ਼ਤੇ ਦੇ ਵਿੱਚ ਕੋਈ ਵੀ ਪਰਸਨ ਹੈ ਜਿਹੜਾ ਉਹ ਬੇਰੁਜ਼ਗਾਰ ਰਿਹਾ, ਉਹਨੂੰ ਕੋਈ ਗੇਨਫੁਲ ਵਰਕ ਨਹੀਂ ਮਿਲਿਆ, ਚਾਹੇ ਉਹਨੂੰ ਹਫ਼ਤੇ ਦੇ ਕਿਸੇ ਵੀ ਦਿਨ 1 ਘੰਟੇ ਕੰਮ ਨਾ ਮਿਲਿਆ ਹੋਵੇ, ਉਸ ਚੀਜ਼ ਨੂੰ ਵੀ ਆਪਾਂ ਅਨਇੰਪਲੋਇਮੈਂਟ ਦੇ ਅੰਦਰ ਲੈ ਕੇ ਆਵਾਂਗੇ। ਨੈਕਸਟ ਹੁੰਦਾ ਡੇਲੀ ਸਟੇਟਸ ਅਪਰੋਚ। ਡੇਲੀ ਸਟੇਟਸ ਮਤਲਬ ਆਪਾਂ ਦੇਖਾਂਗੇ ਜਦੋਂ ਕਿਸੇ ਇਨਸਾਨ ਨੂੰ 1 ਦਿਨ ਦੇ ਕੰਮ ਦੇ ਵਿੱਚ 1 ਘੰਟਾ ਵੀ ਗੇਨਫੁਲ ਕੰਮ ਨਾ ਮਿਲਿਆ ਹੋਵੇ, ਸੋ ਉੱਥੇ ਵੀ ਆਪਾਂ ਇਸ ਚੀਜ਼ ਨੂੰ ਅਨਇੰਪਲੋਇਮੈਂਟ ਸਟੇਟਸ ਦੇ ਨਾਲ ਮੈਜ਼ਰ ਕਰਦੇ ਹਾਂ। ਨੈਕਸਟ ਇਜ਼ ਕਾਜ਼ਜ਼ ਆਫ ਅਨਇੰਪਲੋਇਮੈਂਟ। ਬੇਰੁਜ਼ਗਾਰੀ ਦਾ ਕਾਰਨ ਸਭ ਤੋਂ ਪਹਿਲਾ ਵੱਡਾ ਕਾਰਨ ਹੈ ਜ਼ਿਆਦਾ ਪੋਪੂਲੇਸ਼ਨ ਦਾ ਹੋਣਾ। ਜੇ ਜ਼ਿਆਦਾ ਲੋਕ ਹੋਣਗੇ ਤਾਂ ਓਬਵੀਅਸ ਹੈ ਕਿ ਸਰਕਾਰਾਂ ਦੇ ਉੱਤੇ ਜ਼ਿਆਦਾ ਬੋਝ ਪਊਗਾ, ਉਹ ਹਰ ਕਿਸੇ ਇਨਸਾਨ ਦੇ ਨੀਡਸ ਇੰਟਰਸਟ ਨੂੰ ਕੇਟਰ ਨਹੀਂ ਕਰ ਸਕਦੇ, ਸੋ ਉਹਨਾਂ ਦੀ ਪਾਲਿਸੀਆਂ, ਬਜਟ, ਫਾਈਨੈਂਸ ਹਰ ਚੀਜ਼ ਦੇ ਉੱਤੇ ਅਸਰ ਪਊਗਾ। ਜੇ ਘੱਟ ਲੋਕ ਹੋਣਗੇ ਤਾਂ ਉਨੇ ਕੁ ਲੋਕਾਂ ਨੂੰ ਪ੍ਰੋਪਰ ਜੌਬਸ ਵਗੈਰਾ ਮਿਲ ਪਾਉਣਗੀਆਂ। ਨੈਕਸਟ ਇਜ਼ ਜਿਹੜੀ ਵਰਕਿੰਗ ਪੋਪੂਲੇਸ਼ਨ ਹੈ ਉਹਨਾਂ ਦੇ ਵਿੱਚ ਸਕਿੱਲ ਦੀ ਕਮੀ ਦਾ ਹੋਣਾ, ਐਜੂਕੇਸ਼ਨ ਲੈਵਲ ਦਾ ਪੂਅਰ ਹੋਣਾ। Next, inadequate state support, legal complexity, low infrastructure, financial market linkage to small cottage industry, making such enterprise unviable with cost and compliance. So ਜੇ ਕਹਿੰਦੇ ਕੋਈ ਆਪਣੇ ਆਪ ਛੋਟੇ ਲੈਵਲ ਦਾ ਵੀ ਕੰਮ ਕਰਨਾ ਚਾਹ ਰਿਹਾ, ਅੱਜ ਕੱਲ੍ਹ ਉਹਨੂੰ ਇੰਨੀ ਫਾਰਮੈਲਿਟੀਜ਼, ਇੰਨੀ ਕੰਪਲੈਕਸਿਟੀਜ਼ ਆਉਂਦੀਆਂ ਨੇ ਕਿ ਇਨਐਡਿਕੁਏਟ ਸਪੋਰਟ ਮਿਲ ਰਹੀ ਹੈ। ਜਿਹੜੀ ਸਰਕਾਰਾਂ ਨੇ ਉਹ ਸਹੀ ਤਰੀਕੇ ਦੇ ਨਾਲ ਕੰਮ ਸੌਖਾ ਕਰਨ ਦੀ ਬਜਾਏ ਲੋਕਾਂ ਦੇ ਲਈ ਡਿਫਿਕਲਟ ਕਰ ਰਹੇ ਨੇ। ਨੈਕਸਟ ਇਜ਼ ਹਿਊਜ ਵਰਕਫੋਰਸ ਐਸੋਸੀਏਟਡ ਵਿਦ ਇਨਫਾਰਮਲ ਸੈਕਟਰ। ਲੇਬਰ ਕਲਾਸ ਹੈ ਜਿਹੜੀ ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ ਕੰਮ ਕਰਦੇ ਆ, ਉਹ ਲੋਕ ਜ਼ਿਆਦਾ ਨੇ। ਡੋਮੈਸਟਿਕ ਹੈਲਪਰ, ਕਿਉਂਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ, ਜ਼ਿਆਦਾ ਪੋਪੂਲੇਸ਼ਨ ਹੈ, ਉਹਦੇ ਨਾਲ ਜ਼ਿਆਦਾ ਪੋਵਰਟੀ ਆਉਂਦੀ ਹੈ, ਗਰੀਬੀ। ਸੋ ਇਹੀ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਮਿਲ ਕੇ ਅਨਇੰਪਲੋਇਮੈਂਟ, ਇਹ ਸਾਰੇ ਸੋਸ਼ਲ ਪ੍ਰੋਬਲਮਸ ਨੂੰ ਅਰਾਈਜ਼ ਕਰਦੇ ਆ। ਨੈਕਸਟ ਇਜ਼ ਜਿਹੜਾ ਸਕੂਲਾਂ ਦੇ ਵਿੱਚ ਸਿਲੇਬਸ ਹੈ ਉਹ ਕਰੰਟ ਇੰਡਸਟਰੀ ਦੀ ਕੀ ਰਿਕੁਆਇਰਮੈਂਟ ਹੈ, ਕਿਸ ਤਰ੍ਹਾਂ ਦੀ ਪ੍ਰੋਪਰ ਕੋਰਸਿਸ ਚਾਹੀਦੇ ਨੇ, ਕਿਹੜੀਆਂ ਟੈਕਨੋਲੋਜੀਜ਼ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਬੱਚਿਆਂ ਨੂੰ, ਉਹਨਾਂ ਦੇ ਨਾਲ ਅਪਗ੍ਰੇਡ ਨਹੀਂ ਹੋ ਰਿਹਾ। ਸਿਲੇਬਸ ਉਹੀ 10-20 ਸਾਲਾਂ ਦਾ ਪੁਰਾਣਾ ਸੇਮ ਚੱਲੀ ਜਾ ਰਿਹਾ ਸਕੂਲਾਂ ਦੇ ਵਿੱਚ। ਸੋ ਇਹੀ ਮੇਨ ਕਾਰਨ ਬਣ ਜਾਂਦਾ ਸਟਰਕਚਰਲ ਅਨਇੰਪਲੋਇਮੈਂਟ ਦਾ, ਜਿੱਥੇ ਜੌਬਸ ਤਾਂ ਹੈਗੀਆਂ ਪਰ ਲੋਕਾਂ ਦੇ ਕੋਲ ਸਕਿੱਲ ਨਹੀਂ ਹੈਗੇ ਉਸ ਜੌਬ ਨੂੰ ਕਰਨ ਦੇ ਲਈ। ਨੈਕਸਟ ਇਜ਼ ਇਨਐਡਿਕੁਏਟ ਗਰੋਥ ਆਫ ਇਨਫਰਾਸਟਰਕਚਰ। ਸੋ ਜੋ ਵੀ ਇਨਫਰਾਸਟਰਕਚਰ ਹੈ, ਮੈਨੂਫੈਕਚਰਿੰਗ ਸੈਕਟਰ ਹੋ ਗਿਆ ਜਾਂ ਕੋਈ ਹੋਰ ਸੈਕੰਡਰੀ ਸੈਕਟਰ ਦਾ ਪਾਰਟ ਹੈ, ਉੱਥੇ ਕੰਮ ਕਰਨ ਦੇ ਲਈ ਇਨਵੈਸਟਮੈਂਟਸ ਘੱਟ ਨੇ, ਸੈਲਰੀਜ਼ ਘੱਟ ਨੇ, ਲੋਕਾਂ ਨੂੰ ਅਟਰੈਕਟ ਨਹੀਂ ਕਰਦੀਆਂ। ਇਸ ਤਰ੍ਹਾਂ ਦੀਆਂ ਪਾਲਿਸੀਜ਼ ਨੇ, ਇਨਫਰਾਸਟਰਕਚਰ ਬਹੁਤ ਜ਼ਿਆਦਾ ਬੁਰਾ ਹੈ। ਸੋ ਇਹ ਮੇਨ ਕਾਰਨ ਬਣਦੇ ਨੇ ਅਨਇੰਪਲੋਇਮੈਂਟ ਦੇ। ਸੋ ਨੈਕਸਟ ਵਿਲ ਕੁਇਕਲੀ ਲੁੱਕ ਇਨਟੂ ਸਟੈਪਸ ਟੇਕਨ ਬਾਈ ਗਵਰਨਮੈਂਟ। ਸੋ ਸਰਕਾਰਾਂ ਬਹੁਤ ਸਾਰੀਆਂ ਪਾਲਿਸੀਆਂ, ਪ੍ਰੋਗਰਾਮ ਕਾਫੀ ਸਮੇਂ ਤੋਂ ਹੀ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਬਣਾਉਂਦੀਆਂ ਆ ਰਹੀਆਂ ਨੇ, ਚਾਹੇ ਉਹ 5 ਈਅਰ ਪਲਾਨ ਸੀ, ਫਿਰ ਕੋਈ ਹੋਰ ਸਕੀਮ ਸੀ, ਪਰ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਦੇ ਵਿੱਚ ਬਹੁਤ ਵੱਡੀ ਕਮੀ ਹੈ। ਸਿਰਫ ਸਰਕਾਰਾਂ ਦਾ ਮਤਲਬ ਹੈ ਕਿ ਉਹ ਸਕੀਮਸ ਦੇ ਉੱਤੇ ਸਕੀਮਸ ਬਣਾਈ ਜਾਣ, ਉਹ ਪ੍ਰੋਪਰ ਲਾਗੂ ਹੋ ਰਹੀਆਂ ਨੇ ਗਰਾਊਂਡ ਲੈਵਲ ਤੇ ਜਾਂ ਨਹੀਂ, ਕਰਪਸ਼ਨ ਕਿੰਨੀ ਜ਼ਿਆਦਾ ਕਰ ਰਹੇ ਨੇ ਜਿਹੜੇ ਗਰਾਊਂਡ ਲੈਵਲ ਤੇ ਲੋਕ ਨੇ। ਸੋ ਇਹਨਾਂ ਚੀਜ਼ਾਂ ਉੱਤੇ ਸਰਕਾਰਾਂ ਬਿਲਕੁਲ ਧਿਆਨ ਨਹੀਂ ਦਿੰਦੀਆਂ। ਸੋ ਜੇ ਹੁਣ ਆਪਾਂ ਸਕੀਮਸ ਦੀ ਗੱਲ ਕਰੀਏ ਤਾਂ ਪਹਿਲੀ ਇੰਪੋਰਟੈਂਟ ਸਕੀਮ ਹੈ IRDP, ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ
1980 ਵਿੱਚ ਲਾਂਚ ਕੀਤੀ ਸੀ ਫੁੱਲ ਇੰਪਲੋਇਮੈਂਟ ਓਪਰਚੁਨਿਟੀ ਦੇਣ ਦੇ ਲਈ ਪੇਂਡੂ ਇਲਾਕਿਆਂ ਦੇ ਵਿੱਚ। ਨੈਕਸਟ ਹੈ ਟ੍ਰਾਈਸਮ, ਟ੍ਰੇਨਿੰਗ ਆਫ ਰੂਰਲ ਯੂਥ ਫॉर ਸੈਲਫ ਇੰਪਲੋਇਮੈਂਟ। ਸੋ ਜਿਹੜੇ ਰੂਰਲ ਏਰੀਆਜ਼ ਨੇ ਉੱਥੇ ਜੋ ਯੂਥ ਹੈ, ਵਰਕਿੰਗ ਕਲਾਸ ਦੇ ਲੋਕ ਨੇ, ਉਹਨਾਂ ਨੂੰ ਸੈਲਫ ਇੰਪਲੋਇਮੈਂਟ ਕਰਨ ਦੇ ਲਈ ਟ੍ਰੇਨਿੰਗ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਪ੍ਰੋਗਰਾਮ ਦੇ ਅੰਦਰ। ਤੇ ਜਿਹੜਾ ਇਹ ਪ੍ਰੋਗਰਾਮ ਹੈ ਇਹ 1979 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਤੇ ਇਹਦੇ ਵਿੱਚ ਮੇਨ ਪ੍ਰਾਇੋਰਟੀ ਪਹਿਲ ਦੇ ਤੌਰ ਤੇ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹ ਦਿੱਤੀ ਜਾਂਦੀ ਸੀ SC ST ਯੂਥ ਨੂੰ ਤੇ ਵਿਮਨ ਨੂੰ। ਸੋ ਜਿਹੜੀਆਂ ਦੋ ਵੇਜ ਇੰਪਲੋਇਮੈਂਟ ਪ੍ਰੋਗਰਾਮ ਨੇ ਇੰਪੋਰਟੈਂਟ, ਨੈਸ਼ਨਲ ਰੂਰਲ ਇੰਪਲੋਇਮੈਂਟ ਪ੍ਰੋਗਰਾਮ, ਰੂਰਲ ਲੈਂਡਲੈਸ ਇੰਪਲੋਇਮੈਂਟ ਗਰੰਟੀ ਪ੍ਰੋਗਰਾਮ, ਸੋ ਇਹਨਾਂ ਨੂੰ ਮਰਜ ਕਰਕੇ ਇੱਕ ਨਵਾਂ ਪ੍ਰੋਗਰਾਮ ਬਣਾਤਾ ਜਵਾਹਰ ਰੋਜ਼ਗਾਰ ਯੋਜਨਾ ਤੇ ਇਹ ਸਟਾਰਟ ਹੋਇਆ ਸੀ 1 ਅਪ੍ਰੈਲ 1989 ਤੋਂ ਤੇ ਜਿਹੜੀ ਸੈਂਟਰ ਤੇ ਸਟੇਟ ਦੀ ਫੰਡਿੰਗ ਹੈ ਇਸ ਸਕੀਮ ਨੂੰ ਲੈ ਕੇ ਉਹ ਹੈ 80-20%। ਨੈਕਸਟ ਇਜ਼ ਮਨਰੇਗਾ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਇਹ ਵਾਲੀ ਸਕੀਮ ਹੈ ਜਿਹੜੀ ਇਹ ਹਜੇ ਵੀ ਕਾਫੀ ਵਧੀਆ ਤਰੀਕੇ ਦੇ ਨਾਲ ਇਫੈਕਟਿਵ ਪ੍ਰੂਵ ਹੋ ਰਹੀ ਹੈ। ਜਦੋਂ ਕੋਵਿਡ ਦਾ ਟਾਈਮ ਆਇਆ ਸੀ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਇਹਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ। ਸੋ ਇਹ ਸਕੀਮ ਹੈ ਜਿਹੜੀ ਇਹ ਵਧੀਆ ਇਫੈਕਟਿਵਲੀ ਇੰਪਲੀਮੈਂਟ ਹੋ ਰਹੀ ਹੈ। ਸੋ ਮਨਰੇਗਾ ਦੀ ਜੇ ਗੱਲ ਕਰੀਏ 2005 ਵਿੱਚ ਲਾਂਚ ਕੀਤੀ ਸੀ ਤੇ ਇਹਦੇ ਅੰਦਰ ਪ੍ਰੋਪਰ ਅਸ਼ੋਰਡ ਡੇਜ਼ ਆਫ ਵਰਕ ਇੰਪਲੋਇਮੈਂਟ ਦਿੱਤੀ ਜਾ ਰਹੀ ਸੀ ਇਨ ਅਨਸਕਿਲਡ ਲੇਬਰ ਇੰਟੈਂਸਿਵ ਵਰਕ। ਸੋ ਇਹ ਜਿਹੜਾ ਐਕਟ ਹੈ ਬੇਸਿਕਲੀ ਰਾਈਟ ਟੂ ਵਰਕ ਦਿੰਦਾ ਲੋਕਾਂ ਨੂੰ। ਸੋ ਜੋ ਵੀ ਐਡਲਟ ਮੈਂਬਰ ਕਿਸੇ ਵੀ ਫੈਮਿਲੀ ਦੇ ਚਾਹੁੰਦੇ ਨੇ ਕਿ ਉਹਨਾਂ ਨੂੰ ਪ੍ਰੋਪਰ ਸਾਲ ਦੇ ਵਿੱਚ ਕੁਝ ਦਿਨਾਂ ਦੇ ਲਈ ਗਰੰਟਿਡ ਕੰਮ ਚਾਹੀਦਾ ਹੈ ਤਾਂ ਉਹ ਮਨਰੇਗਾ ਦੇ ਅੰਦਰ ਕੰਮ ਕਰ ਸਕਦੇ ਨੇ। ਸੋ ਇਹ ਜਿਹੜੀ ਸਕੀਮ ਹੈ ਇਹ ਵਧੀਆ ਸਕੀਮ ਹੈ, ਇੰਪੋਰਟੈਂਟ ਤੇ ਕਾਫੀ ਚੰਗੀ ਤਰ੍ਹਾਂ ਪੋਜ਼ਿਟਿਵ ਰਿਜ਼ਲਟਸ ਦੇ ਕੇ ਇੰਪਲੀਮੈਂਟ ਹੋ ਰਹੀ ਹੈ ਤੇ ਐਗਜ਼ਾਮ ਦੇ ਲਈ ਇਹਦਾ ਈਅਰ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਇਜ਼ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 2015 ਵਿੱਚ ਲਾਂਚ ਕੀਤੀ ਸੀ ਇੰਡੀਆ ਦੇ ਯੂਥ ਨੂੰ ਇੰਡਸਟਰੀ ਰੈਲੇਵੈਂਟ ਸਕਿੱਲ ਟ੍ਰੇਨਿੰਗ ਪ੍ਰੋਵਾਈਡ ਕਰਵਾਉਣ ਦੇ ਲਈ। ਤੇ ਲਾਸਟ ਵਿੱਚ ਦੋ ਇੰਪੋਰਟੈਂਟ ਸਕੀਮਸ ਨੇ ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ, ਦੋਨੋਂ 2016 ਵਿੱਚ ਲਾਂਚ ਕੀਤੀਆਂ ਗਈਆਂ ਸੀ। ਸੋ ਜਿਹੜਾ ਇੰਡਸਟਰੀਅਲ ਈਕੋਸਿਸਟਮ ਹੈ ਉਹਦੇ ਲਈ ਲੋਕਾਂ ਨੂੰ ਤਿਆਰ ਕਰਨਾ, ਲੋਕਾਂ ਨੂੰ ਅਵੇਅਰ ਕਰਨਾ, ਮੋਟੀਵੇਟ ਕਰਨਾ ਕਿ ਤੁਸੀਂ ਇੰਡੀਆ ਦੇ ਵਿੱਚ ਕੰਮ ਕਰੋ, ਆਪਣੇ ਸਟਾਰਟਅਪ, ਆਪਣੀ ਕ੍ਰੀਏਟੀਵਿਟੀ ਦਿਖਾਓ। ਸੋ ਇਹ ਵੀ ਦੋ ਮੇਨ ਇੰਪੋਰਟੈਂਟ ਸਕੀਮ ਸੀ ਜਿਹੜੀਆਂ ਬਣੀਆਂ ਲੋਕਾਂ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰਵਾਉਣ ਦੇ ਲਈ ਥਰੂ देयर ਓਨ ਸਟਾਰਟਅਪ, ਸੈਲਫ ਇੰਪਲੋਇਮੈਂਟ। ਸੋ ਸਟਾਰਟਅਪ ਇੰਡੀਆ ਐਂਡ ਸਟੈਂਡਅਪ ਇੰਡੀਆ। ਤੇ ਸਟੈਂਡਅਪ ਇੰਡੀਆ ਦੀ ਜੇ ਗੱਲ ਕਰੀਏ ਤਾਂ ਇਹਦਾ ਇੱਕ ਹੋਰ ਮੇਨ ਏਮ ਹੈ ਟੂ ਫੈਸਿਲਿਟੇਟ ਬੈਂਕ ਲੋਨ ਬਿਟਵੀਨ 10 lakh to 1 crore to at least one SC ST borrower and at least one women borrower per bank branch for setting up green field enterprise। ਸੋ ਪੋਲਿਊਸ਼ਨ ਫ੍ਰੀ ਕਿਸੇ ਨੇ ਕੋਈ ਕੰਮ ਕਰਨਾ ਹੈ ਇਸ ਤਰ੍ਹਾਂ ਦਾ ਵਧੀਆ ਕੋਈ ਹੈਂਡਮੇਡ ਚੀਜ਼ਾਂ ਦਾ, ਸੋ ਉਹ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੀਆਂ ਨੇ ਇਹ ਸਟਾਰਟਅਪ ਇੰਡੀਆ ਤੇ ਸਟੈਂਡ ਅਪ ਇੰਡੀਆ ਪ੍ਰੋਗਰਾਮ। So this was all about our today's lecture on unemployment. I hope you liked the video. Please do subscribe to my channel. Thank you and good luck.